कोरोना काल के दौरान 12वीं की कक्षा की छात्रा ने 90 पेज की इंग्लिश में बुक लिखकर इतिहास रच दिया है। अमेरिका की एक पब्लिशर कंपनी ने बुक छापकर मार्केट। इंडियन मिरर टुडे के लिए खन्ना से राजकुमार की रिपोर्ट। बेटा तेरा नाम की है? मेरा नाम रश्मिन भारद्वाज है। रश्मिन कित्थे पढ़दे हो तुसीं? मैं लाला सरकारूमल सर्वहितकारी विद्या मंदिर खन्ना विच मेरी सारी एजुकेशन हुई है ਹੁਣ तक। अच्छा, एक तुसी ਜਿਹੜੀ बुक लिखी है ਜਿਹੜੀ ਅੱਜ ਚਰਚ ਦੇ ਵਿੱਚ ਹੈ ਕਿ ਇੱਕ बुक ਤੁਸੀਂ ਇੰਗਲਿਸ਼ 'ਚ ਉਸ ਟਾਈਮ ਲਿਖੀ ਜਦੋਂ ਕਰੋਨੇ ਦੇ ਵਿੱਚ ਬੱਚੇ ਬਿਲਕੁਲ ਫ੍ਰੀ ਸੀਗੇ ਹੈ ਨਾ, ਖੇਡਦੇ ਸੀਗੇ, ਤੁਸੀਂ ਕਿਤਾਬ ਲਿਖੀ ਉਹ ਵੀ ਇੰਗਲਿਸ਼ ਦੇ ਵਿੱਚ। ਕਿਵੇਂ ਤੁਹਾਡੇ ਦਿਮਾਗ 'ਚ ਆਇਆ, ਕੀ ਤੁਹਾਡੀ ਥੀਮ ਕੀ ਸੀ, ਕਿਵੇਂ ਤੁਸੀਂ ਸੋਚ ਕੇ ਉਸ ਨੂੰ ਲਿਖਿਆ? ਮੇਰੀ ਬੁੱਕ ਦਾ ਮੇਨ ਥੀਮ ਸੈਕੂਲਰਿਜ਼ਮ ਹੈ। ਅਗਰ ਅੱਜ ਆਪਾਂ ਆਪਣੀ ਕੰਟਰੀ ਦੇ ਬਾਰੇ ਦੇਖੀਏ ਤਾਂ ਸਭ ਤੋਂ ਜ਼ਿਆਦਾ ਆਪਣੀ ਕੰਟਰੀ ਦੇ ਵਿੱਚ ਇਸ ਟਾਈਮ ਕਮਿਊਨਲ ਵਾਇਲੈਂਸ ਬੀਟ ਵੈਸਟ ਬੰਗਾਲ ਔਰ ਉੱਤਰ ਪ੍ਰਦੇਸ਼, ਮਤਲਬ ਜਿਹੜੀਆਂ ਕੰਟਰੀਜ਼ ਦੇ ਵਿੱਚ ਆਪਾਂ ਪ੍ਰੋਬਲਮਸ ਮੇਨਲੀ ਦੇਖਦੇ ਹਾਂ, ਚਾਹੇ ਸ਼੍ਰੀਲੰਕਾ ਦੇ ਵਿੱਚ ਚਾਹੇ ਇੰਡੀਆ ਦੇ ਵਿੱਚ ਆਪਾਂ ਨੂੰ ਕਮਿਊਨਲ ਵਾਇਲੈਂਸਿਸ ਆਉਂਦੀਆਂ ਨੇ। ਤਾਂ ਮੇਰੀ ਬੁੱਕ ਦਾ ਮੇਨ ਥੀਮ ਸੈਕੂਲਰਿਜ਼ਮ ਹੈ, ਰਿਲੀਜੀਅਸ ਹਾਰਮਨੀ। ਇਹ ਬੁੱਕ ਮੇਰੇ ਮਾਈਂਡ 'ਚ ਉਦੋਂ ਆਈ ਸੀ ਜਦ ਮੇਰੀ ਕਿਸੇ ਇਨਸਾਨ ਨਾਲ ਮਤਲਬ ਇੱਕ ਬਹਿਸ ਹੋਈ ਸੀਗੀ, ਇੱਕ ਤਰ੍ਹਾਂ ਨਾਲ ਡਿਬੇਟ ਹੋਈ ਸੀਗੀ। ਮੈਂ ਇਹ ਚੀਜ਼ ਨੋਟਿਸ ਕੀਤੀ ਵੀ ਆਪਣੇ ਇੱਥੇ ਲੋਕਾਂ ਨੂੰ ਪਤਾ ਹੀ ਨਹੀਂ ਹੈ ਸੈਕੂਲਰਿਜ਼ਮ ਦਾ ਮੀਨਿੰਗ ਕੀ ਹੈ। ਤਾਂ ਮੈਂ ਇੱਕ ਇਹ ਮਤਲਬ ਕਨਵੇ ਕਰਨਾ ਚਾਹੁੰਦੀ ਸੀ ਲੋਕਾਂ ਨੂੰ ਸੈਕੂਲਰਿਜ਼ਮ ਦਾ ਐਕਚੁਅਲ ਮੀਨਿੰਗ। ਕਿਹੜੀ ਕਲਾਸ 'ਚ ਪੜ੍ਹ ਰਹੇ ਹੋ? ਮੈਂ 12th ਸਟੈਂਡਰਡ 'ਚ ਪੜ੍ਹ ਰਹੀ ਹਾਂ। ਹੁਣ 12th ਦੇ ਵਿੱਚ ਪੜ੍ਹਦੇ ਹੋਏ ਹੈ ਨਾ, ਇੱਕ ਬਹੁਤ ਬੜੀ ਕਿਤਾਬ, ਕਿੰਨੇ ਪੰਨੇ ਦੀ ਕਿਤਾਬ ਸੀ ਉਹ? 90 ਪੇजेस। 90 ਪੇਜ ਦੀ ਜਿਹੜੀ ਹੈ ਤੁਸੀਂ ਉਹ ਕਿਤਾਬ ਲਿਖ ਦਿੱਤੀ। ਕਦੇ ਪੇਰੈਂਟਸ ਕਨੀਓ ਕੋਈ ਰੋਕ ਟੋਕ ਵੀ ਤੂੰ ਹਰ ਟਾਈਮ ਬੈਠੀ ਲਿਖੀ ਜਾਂਦੀ ਹੈ ਕੁਛ ਨਾ ਕੋਈ ਐਸਾ ਕੁਛ? ਮੇਰੇ ਪੇਰੈਂਟਸ ਹਮੇਸ਼ਾ ਮੇਰੇ ਵਾਸਤੇ ਬਹੁਤ ਸਪੋਰਟਿਵ ਰਹੇ ਨੇ ਐਂਡ ਇਨਫੈਕਟ ਮੈਂ ਕਹਿਣਾ ਚਾਹੂੰਗੀ ਉਸ ਤੋਂ ਉੱਪਰ ਟੀਚਰਸ ਰਹੇ ਨੇ ਅੱਜ ਤੱਕ, ਜਿੰਨਾ ਵੀ ਮਤਲਬ ਐਸਐਸਟੀ ਡਿਪਾਰਟਮੈਂਟ ਸੀਗਾ ਜਿਨ੍ਹਾਂ ਤੋਂ ਪੋਲਿਟਿਕਸ ਦੀ ਨੌਲੇਜ ਮਿਲੀ, ਸੈਕੂਲਰਿਜ਼ਮ ਵਰਡ ਦਾ ਜਿਨ੍ਹਾਂ ਤੋਂ ਮੀਨਿੰਗ ਪਤਾ ਲੱਗਿਆ। ਅੱਜ ਤੱਕ 9th ਕਲਾਸ 8th ਕਲਾਸ ਆਪਾਂ ਨੂੰ ਸੈਕੂਲਰਿਜ਼ਮ ਵਰਡ ਆ ਜਾਂਦਾ, ਪਰ ਇਸ ਸਿੰਪਲ ਜਿਹੀ ਟਰਮ ਨੂੰ ਸਮਝਦੇ ਹੀ ਆਪਾਂ ਲੋਕ ਇੰਨੇ ਜ਼ਿਆਦਾ ਕੌਨਫਲਿਕਟਸ 'ਚ ਪੈ ਜਾਂਦੇ ਹਾਂ। ਸੈਕੂਲਰਿਜ਼ਮ ਦਾ ਮਤਲਬ ਆ ਨਹੀਂ ਹੈ ਵੀ ਇੱਕ ਧਰਮ ਦੇ ਵੱਲ ਜ਼ਿਆਦਾ ਅਟਰੈਕਸ਼ਨ ਹੋਣਾ ਜਾਂ ਕਿਸੇ ਧਰਮ ਦੇ ਐਂਟੀ ਚੱਲਣਾ। ਸੈਕੂਲਰਿਜ਼ਮ ਦਾ ਮਤਲਬ ਹੈ ਮੇਰੇ ਸਾਹਮਣੇ 3 ਧਰਮਾਂ ਦੇ ਲੋਕ ਖੜੇ ਨੇ, ਮੈਂ ਤਿੰਨਾਂ ਦੀ ਇਕੁਅਲੀ ਰਿਸਪੈਕਟ ਕਰਦੀ ਹਾਂ। ਇਹ ਚੀਜ਼ ਮੈਂ ਕਨਵੇ ਕਰਨਾ ਚਾਹੁੰਦੀ ਸੀ। ਇਹੀ ਤੁਹਾਡੇ ਦਿਮਾਗ 'ਚ ਕਾਹਤੇ ਆਇਆ ਵੀ ਮੈਂ ਇਸ ਚੀਜ਼ ਦੇ ਉੱਪਰ ਹੀ ਲਿਖਣਾ ਚਾਹੁੰਦੀ ਹਾਂ, ਧਰਮ ਦੇ ਉੱਪਰ ਹੀ ਲਿਖਣਾ ਚਾਹੁੰਦੀ ਹਾਂ? ਕਿਉਂਕਿ ਮੇਰੀ ਕਿਸੇ ਨਾਲ ਡਿਬੇਟ ਹੋਈ ਸੀਗੀ ਔਰ ਉਸ ਚੀਜ਼ 'ਚ ਮੈਨੂੰ ਆਹ ਮਾਈਂਡ 'ਚ ਆਇਆ ਵੀ ਇਹ ਸਪੈਸੀਫਿਕ ਚੀਜ਼ ਇਸ ਟਾਈਮ ਕੰਟਰੀ 'ਚ ਇੱਕ ਰਾਈਟਰ ਮੰਨਿਆ ਜਾਂਦਾ ਵੀ ਇੱਕ ਆਥਰ ਐਸਾ ਇਨਸਾਨ ਹੁੰਦਾ ਜਿਹਦੇ ਤੇ ਸੁਸਾਇਟੀ ਨੂੰ ਸੰਭਾਲਣ ਦਾ ਇੱਕ ਜ਼ਿੰਮਾ ਹੁੰਦਾ ਵੀ ਇਹ ਸੁਸਾਇਟੀ ਇੱਕ ਆਥਰ ਦੇ ਸਿਰ ਤੇ ਚੱਲਦੀ ਹੈ ਵੀ ਆਥਰ ਲੋਕਾਂ ਨੂੰ ਕੀ ਕਨਵੇ ਕਰਨਾ ਚਾਹੁੰਦਾ ਹੈ। ਪੈਨ ਦੀ ਪਾਵਰ ਦੇ ਨਾਲ ਮੈਂ ਲੋਕਾਂ ਨੂੰ ਉਹ ਮੈਟਰ ਕਨਵੇ ਕਰਨਾ ਚਾਹੁੰਦੀ ਸੀ ਜਿਹੜਾ ਇਸ ਟਾਈਮ ਆਪਣੀ ਕੰਟਰੀ ਨੂੰ ਜ਼ਰੂਰਤ ਹੈ। ਜਿਵੇਂ ਤੁਸੀਂ ਡਿਬੇਟ ਦੀ ਗੱਲ ਕੀਤੀ ਹੈ, ਜਦੋਂ ਵੀ ਤੁਹਾਡੀ ਕਿਸੇ ਨਾਲ ਡਿਬੇਟ ਚੱਲ ਰਹੀ ਸੀ ਉਸ ਤੋਂ ਬਾਅਦ ਤੁਹਾਡੇ ਮਾਈਂਡ 'ਚ ਆਇਆ ਵੀ ਮੈਂ ਕੁਝ ਐਸਾ ਲਿਖਣਾ ਚਾਹੁੰਦੀ ਹਾਂ, ਕੁਝ ਤੁਹਾਨੂੰ ਉਹਨੇ ਤਲਖੀ ਦਵਾਤੀ ਸੀ ਐਸੀ ਉਸ ਡਿਬੇਟ ਦੇ ਵਿੱਚ ਕੁਝ ਐਸੀ ਗੱਲ ਹੋਈ ਜਿਹਦੇ ਕਰਕੇ ਤੁਹਾਨੂੰ? ਡਿਬੇਟ ਦੇ ਵਿੱਚ ਮੇਰੀ ਉਹਨਾਂ ਨਾਲ ਮਤਲਬ ਮੈਂ ਆ ਚੀਜ਼ ਉਹਨਾਂ ਤੋਂ ਰਿਅਲਾਈਜ਼ ਕੀਤੀ, ਉਹ ਬਹੁਤ ਹੀ ਇੱਕ ਪੜ੍ਹੇ ਲਿਖੇ ਇਨਸਾਨ ਸੀਗੇ ਜਿਨ੍ਹਾਂ ਨਾਲ ਮੇਰੀ ਗੱਲ ਹੋ ਰਹੀ ਸੀ। ਮੈਂ ਆ ਚੀਜ਼ ਰਿਅਲਾਈਜ਼ ਕੀਤੀ ਵੀ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਵੀ ਆਪਾਂ ਉਹ ਚੀਜ਼ਾਂ ਭੁੱਲ ਚੁੱਕੇ ਹਾਂ ਜੋ ਆਪਾਂ ਨੂੰ ਨਰਸਰੀ ਕਲਾਸ 'ਚ ਆਪਾਂ ਨੂੰ ਪੋਇਮ ਆ ਜਾਂਦੀ ਹੈ, ਹਿੰਦੂ ਮੁਸਲਿਮ ਸਿੱਖ ਈਸਾਈ ਆਪਸ ਮੇਂ ਹੈ ਭਾਈ ਭਾਈ। ਇਹ ਛੋਟੀਆਂ ਗੱਲਾਂ ਭੁੱਲ ਗਏ। ਜੇਕਰ ਆਪਾਂ ਗੱਲ ਕਰੀਏ ਬਿਲਕੁਲ ਜਿਹੜੀ ਹੈ ਕਿ ਅੱਜ ਦਾ ਸਮਾਂ ਜੋ ਹੈ, ਅੱਜ ਦਾ ਸਮਾਂ ਜਿਹੜਾ ਹੈ ਧਰਮਾਂ 'ਚ ਵੰਡ ਚੁੱਕਿਆ ਹੈ, ਧਰਮਾਂ ਦੇ ਉੱਪਰ ਹੀ ਲੜਾਈਆਂ ਵੀ ਹੋ ਰਹੀਆਂ ਨੇ, ਧਰਮਾਂ ਦੇ ਉੱਪਰ ਪੋਲਿਟਿਕਸ ਵੀ ਕੀਤੀ ਜਾ ਰਹੀ ਹੈ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਔਰ ਇਹ ਚੀਜ਼ਾਂ ਕੁਝ ਖੋਜ ਲਿਖੀਆਂ ਤੁਸੀਂ ਆਪਣੀ ਕਿਤਾਬ ਦੇ ਵਿੱਚ ਵੀ? ਬਿਲਕੁਲ, ਸਾਰੀ ਬੁੱਕ ਦਾ ਜੋ ਮੇਨ ਥੀਮ ਹੈ ਨਾ ਉਹ ਇਹੀ ਹੈ। 5 ਦੋਸਤਾਂ ਦੀ ਕਹਾਣੀ ਹੈ ਜਿਨ੍ਹਾਂ ਵਿੱਚ ਉਹ ਅਲੱਗ-ਅਲੱਗ ਧਰਮਾਂ ਤੋਂ ਬਿਲੋਂਗ ਕਰਦੇ ਨੇ। ਸਟਿਲ ਉਹ ਕਿਵੇਂ ਜੈਲਪ ਹੁੰਦੇ ਨੇ, ਕਿਵੇਂ ਉਹ ਇਸ ਚੀਜ਼ ਦੇ ਵਾਸਤੇ ਸਟਰਗਲ ਕਰਦੇ ਨੇ ਵੀ ਪੋਲਿਟਿਕਸ ਧਰਮ ਦੇ ਨਾਮ ਤੇ ਨਾ ਹੋਵੇ। ਇਸ ਸਭ ਦੀ ਕਹਾਣੀ ਹੈ ਉਹ। ਤੇ ਮੈਂ ਇਹੀ ਦਿਖਾਉਣਾ ਚਾਹੁੰਦੀ ਹਾਂ ਵੀ ਜਿਹੜੇ ਪੋਲੀਟੀਸ਼ੀਅਨਸ ਨੇ ਆਪਣੀ ਕੰਟਰੀ ਦੇ, ਉਹ ਸਿਰਫ ਯੂਜ਼ ਕਰਦੇ ਨੇ ਆਪਣੇ ਇਨੋਸੈਂਸ ਮਾਈਂਡਸ ਨੂੰ ਇੱਕ ਦੂਸਰੇ ਦੇ ਧਰਮ ਦੇ ਖਿਲਾਫ ਭੜਕਾ ਕੇ। ਹਾਲਾਂਕਿ ਐਸਾ ਕੁਝ ਨਹੀਂ ਹੈ, ਕੋਈ ਵੀ ਧਰਮ ਨਫ਼ਰਤ ਨਹੀਂ ਸਿਖਾਉਂਦਾ, ਸਾਰੇ ਧਰਮ ਪਿਆਰ ਸਿਖਾਉਂਦੇ ਨੇ ਔਰ ਉਹੀ ਹੋਣਾ ਚਾਹੀਦਾ। ਬੇਟਾ ਤੁਸੀਂ ਇਹ ਨਹੀਂ ਗੱਲ ਮੰਨ ਰਹੇ ਕਿ ਅੱਜ ਦੇ ਸਮੇਂ ਦੇ ਵਿੱਚ ਜਿਹੜੀ ਹੈ ਜਿਹਨੂੰ ਕਹਦੀ ਹੈ ਵੀ ਬੱਚਿਆਂ ਨੂੰ ਬਹੁਤ ਜ਼ਿਆਦਾ ਭੜਕਾਇਆ ਜਾ ਰਿਹਾ ਹੈ, ਚਾਹੇ ਉਹ ਆਪਾਂ ਪਾਕਿਸਤਾਨ ਦੀ ਗੱਲ ਕਰ ਲਈਏ ਜਾਂ ਕੁਝ ਹੋਰ ਧਰਮਾਂ ਦੀ ਗੱਲ ਕਰ ਲਈਏ, ਜਿਹਨਾਂ ਵਿੱਚ ਬੱਚਿਆਂ ਨੂੰ ਬੜਾ ਭੜਕਾਉਣ ਦੀਆਂ ਗੱਲਾਂ ਕੀਤੀ ਜਾ ਰਹੀਆਂ ਵੀ ਤੁਹਾਡਾ ਧਰਮ ਇਹ ਹੈ ਜੀ, ਤੁਸੀਂ ਆਪਣੇ ਧਰਮ ਪਿੱਛੇ ਲੜੋ, ਬੱਚੇ ਕਰ ਵੀ ਰਹੇ ਨੇ। ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਕੀ ਆਪਾਂ ਜਿੰਨੇ ਕੌਨਫਲਿਕਟਸ ਹੁਣ ਆਪਣੀ ਕੰਟਰੀ 'ਚ ਦੇਖ ਰਹੇ ਹਾਂ, ਚਾਹੇ ਤੁਸੀਂ JNU ਲੈ ਲਓ, ਜਾਮੀਆ ਮਿਲੀਆ ਲੈ ਲਓ, ਆਪਣੀਆਂ ਮੇਨ ਜੋ ਯੂਨੀਵਰਸਿਟੀਜ਼ ਨੇ, ਸੈਂਟਰਲ ਯੂਨੀਵਰਸਿਟੀਜ਼, ਉਹਨਾਂ ਸਭ ਤੋਂ ਵੱਧ ਕੌਨਫਲਿਕਟਸ ਆਉਂਦੇ ਨੇ। ਰੀਸੈਂਟਲੀ CA NRC ਦਾ ਪ੍ਰੋਟੈਸਟ ਹੋਏ ਸੀਗੇ ਕਿੰਨੇ ਸਾਰੇ ਕੰਟਰੀ ਦੇ ਵਿੱਚ। ਇਹ ਚੀਜ਼ਾਂ ਤੋਂ ਪਤਾ ਲੱਗਦਾ ਵੀ ਆਪਾਂ ਇੱਕ ਦੂਸਰੇ ਨੂੰ ਹੇਟਰੇਡ ਸਿੱਖ ਰਹੇ ਹਾਂ ਔਰ ਹੇਟਰੇਡ ਕਦੇ ਵੀ ਕੰਮ ਨਹੀਂ ਆਉਂਦੀ ਹੈਗੀ। ਅਗਰ ਆਪਾਂ ਕੀ ਕਰਾਂਗੇ, ਆਪਾਂ ਨਫ਼ਰਤ ਕਰਦੇ ਰਹਾਂਗੇ ਇੱਕ ਦੂਸਰੇ ਨੂੰ, ਇਹਦਾ ਰਿਜ਼ਲਟ ਐਂਡ ਕੀ ਹੋਊਗਾ? ਪਾਰਟੀਸ਼ਨ 1947। ਕਿਸੇ ਦਾ ਵੀ ਅੱਛਾ ਨਹੀਂ ਹੁੰਦਾ ਨਫ਼ਰਤ ਦੇ ਨਾਲ, ਹਮੇਸ਼ਾ ਦੋਨੋਂ ਸਾਈਡਸ ਦਾ ਬੁਰਾ ਹੀ ਹੁੰਦਾ ਹੈ। ਤੁਸੀਂ ਆਪਣੀ ਕਿਤਾਬ ਦੀ ਜਿਹੜੀ ਹੈ ਸਟਾਰਟਿੰਗ ਕਿੱਥੋਂ ਕੀਤੀ ਤੇ ਐਂਡ ਕੀ ਸੀਗਾ?
ਮੇਰੀ ਬੁੱਕ ਦੀ ਸਟਾਰਟਿੰਗ ਹੁੰਦੀ ਹੈ, ਐਕਚੁਅਲੀ ਬੁੱਕ ਪੈਰਲਲ ਚੱਲ ਰਹੀ ਹੈ, ਇੱਕ ਪਾਸਟ ਚੱਲ ਰਿਹਾ ਔਰ ਇੱਕ ਪ੍ਰੈਜ਼ੈਂਟ ਚੱਲ ਰਿਹਾ ਹੈ। 7 ਇਅਰਸ ਦਾ ਡਿਫਰੈਂਸ ਹੈ। ਉਹ ਦੇ ਵਿੱਚ ਉਹਨਾਂ ਦਾ ਪਾਸਟ ਆਉਂਦਾ ਵੀ ਉਹਨਾਂ ਨਾਲ ਕੀ ਹੋਇਆ, ਕਿਉਂ ਹੋਇਆ। 5 ਬੱਚਿਆਂ ਦੀ ਕਾਲਜ ਦੀ ਕਹਾਣੀ ਸ਼ੁਰੂ ਹੁੰਦੀ ਹੈ ਔਰ 7 ਸਾਲ ਬਾਅਦ ਉਹ ਖਤਮ ਹੁੰਦੀ ਹੈ ਵੀ 7 ਸਾਲ ਬਾਅਦ ਉਹਨਾਂ ਦੀ ਲਾਈਫ 'ਚ ਕੀ ਡਿਫਰੈਂਸ ਆਏ ਧਰਮ ਦੀ ਵਜ੍ਹਾ ਤੋਂ। ਕੀ ਐਂਡ ਕੀ ਕੱਢਿਆ ਉਹਦਾ, ਕੀ ਤੁਸੀਂ ਕੀ ਦਿਖਾਇਆ ਉਹ 'ਚ, ਤੁਸੀਂ ਤੁਹਾਡੇ ਮਨ 'ਚ ਕੀ ਸੀਗਾ ਜਿਹੜਾ ਤੁਸੀਂ ਉਹਦਾ ਐਂਡ ਕੱਢਿਆ ਉਹਦਾ ਐਂਡ ਆ ਸੀਗਾ ਵੀ ਜੋ ਉਹ ਬੱਚੇ ਕਰਨਾ ਚਾਹੁੰਦੇ ਸੀਗੇ ਨਾ ਵੀ ਇਸ ਕੰਟਰੀ ਦੇ ਵਿੱਚ ਧਰਮ ਦੇ ਨਾਮ ਤੇ ਪੋਲਿਟਿਕਸ ਖਤਮ ਹੋ ਜਾਵੇ, ਉਹ ਮੈਂ ਆਪਣੇ ਰੀਡਰਸ ਨੂੰ ਕਨਵੇ ਕਰਨਾ ਚਾਹੁੰਦੀ ਹਾਂ ਵੀ ਜਿਹੜਾ ਵੀ ਰੀਡਰ ਹੈ ਉਹ ਉਹਨਾਂ ਤੋਂ ਮੋਟੀਵੇਟ ਹੋ ਕੇ ਸੋਚੇ ਵੀ ਆਪਾਂ ਨੂੰ ਵੀ ਆਪਣੇ ਧਰਮ ਦੇ ਨਾਮ ਤੇ ਪੋਲਿਟਿਕਸ ਖਤਮ ਕਰਨੀ ਚਾਹੀਦੀ ਹੈ। ਆਹੀ ਉਹਦਾ ਕੰਕਲੂਜਨ ਹੈ ਵੀ ਰੀਡਰਸ ਮੋਟੀਵੇਟ ਹੋਣ। ਅੱਛਾ, ਅੱਜ ਜਿਹੜੀ ਹੈ ਇੱਕ ਬਹੁਤ ਬੜਾ ਜਿਹੜਾ ਜਿਹਨੂੰ ਕਹਿ ਦਈਏ ਜਨ ਸੈਲਾਬ ਚੱਲਿਆ ਹੋਇਆ ਹੈ, ਉਹ ਹੈ ਕਿਸਾਨ। ਅੱਜ ਕਿਸਾਨ ਦਿੱਲੀ ਦੇ ਵਿੱਚ ਬੜੇ ਲੰਬੇ ਸਮੇਂ ਤੋਂ ਬੈਠਾ ਹੈ। ਤੁਸੀਂ ਕੀ ਮੰਨਦੇ ਹੋ ਇਹਦੇ ਵਿੱਚ ਵੀ ਇਹ ਵੀ ਪੋਲਿਟਿਕਸ ਦਾ ਇੱਕ ਹਿੱਸਾ ਹੈ ਜਾਂ ਕੀ ਉਹ ਹੈ? ਦੇਖੋ, ਮੇਰੇ ਹਿਸਾਬ ਨਾਲ ਆਪਾਂ ਨੂੰ ਹਰੇਕ ਦੇ ਪਰਸਪੈਕਟਿਵ ਦੀ ਰਿਸਪੈਕਟ ਕਰਨੀ ਚਾਹੀਦੀ ਹੈ। ਸਭ ਤੋਂ ਪਹਿਲਾਂ ਆਪਾਂ 2 ਇੰਡੀਵਿਜੂਅਲਸ, ਆਫ ਕੋਰਸ ਵੀ ਵਿਲ ਹੈਵ 2 ਡਿਫਰੈਂਟ ਪਰਸਪੈਕਟਿਵਸ ਐਂਡ ਆਈ ਮਿਊਚੁਅਲੀ ਰਿਸਪੈਕਟ ਬੋਥ ਆਫ them, ਬਟ ਸਟਿਲ ਜੋ ਮੇਰੇ ਅਕੋਰਡਿੰਗ ਹੈ ਇਹ ਹੈ ਵੀ ਜਿਹੜੇ ਲਾਜ਼ ਨੇ ਇੱਕ ਕੰਟਰੀ ਦੇ ਉਹ ਇੱਕ ਸਿਟੀਜ਼ਨ ਵਾਸਤੇ ਬਣਦੇ ਨੇ ਔਰ ਅਗਰ ਉਹ ਸਿਟੀਜ਼ਨ ਉਹਨਾਂ ਲਾਜ਼ ਨੂੰ ਨਹੀਂ ਐਕਸੈਪਟ ਕਰ ਰਿਹਾ ਤਾਂ ਗਵਰਨਮੈਂਟ ਨੂੰ ਉਸ ਚੀਜ਼ ਵਾਸਤੇ ਜਲਦੀ ਤੋਂ ਜਲਦੀ ਸਟੈਪਸ ਲੈਣੇ ਚਾਹੀਦੇ ਨੇ। ਕੀ ਜੋ ਗਵਰਨਮੈਂਟ ਨੇ ਇਹ ਲਾਭ ਲਿੱਤਾ ਸੀ, ਕੀ ਤੁਸੀਂ ਕੀ ਮੰਨਦੇ ਹੋ ਵੀ ਕੀ ਇਹ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਹਿੰਦੁਸਤਾਨ ਵਾਸਤੇ ਸਹੀ ਸੀ ਜਾਂ ਗਲਤ ਸੀ? ਮੈਂ 12th ਕਲਾਸ ਦੀ ਸਟੂਡੈਂਟ ਹੋਣ ਦੇ ਨਾਤੇ ਜਿੱਥੇ ਤੱਕ ਮੈਂ ਇਕਨੋਮਿਕਸ ਪੜ੍ਹੀ ਹੈ ਉਹਦੇ ਵਿੱਚ ਆਪਾਂ ਨੂੰ ਸਿਖਾਇਆ ਜਾਂਦਾ ਹੈ ਵੀ ਇੱਕ ਕੰਟਰੀ ਜਿਹੜੀ ਹੈ ਉਹ ਉਨੀ ਸਟਰੋਂਗ ਹੁੰਦੀ ਹੈ ਜਿੰਨੀ ਉਹਦੇ ਵਿੱਚ ਗਵਰਨਮੈਂਟਾਈਜੇਸ਼ਨ ਹੁੰਦੀ ਹੈ। ਜਿਵੇਂ ਜੋ ਆਪਾਂ ਕਮਿਊਨਿਜ਼ਮ 'ਚ ਪੜ੍ਹਦੇ ਹਾਂ, ਕਮਿਊਨਿਸਟ ਕੰਟਰੀਜ਼ ਨੇ, ਚਾਈਨਾ ਹੈ, USSR ਸੀਗਾ ਪਹਿਲਾਂ, ਉਹਨਾਂ ਦੇ ਵਿੱਚ ਜਿਹੜੀ ਸੈਂਟਰਲ ਪਾਵਰ ਹੈ ਨਾ ਉਹ ਕਾਫੀ ਜ਼ਿਆਦਾ ਹੁੰਦੀ ਹੈ। ਅਗਰ ਗਵਰਨਮੈਂਟ ਆਪਣੇ ਸਾਰੇ ਹੀ ਸੈਕਟਰਸ, ਜਿਵੇਂ ਹੁਣ ਐਗਰੀਕਲਚਰ ਸੈਕਟਰ ਨੂੰ ਪ੍ਰਾਈਵੇਟਾਈਜੇਸ਼ਨ ਕਰਨਾ ਚਾਹੁੰਦੇ ਨੇ, ਅਗਰ ਸਾਰੇ ਸੈਕਟਰਸ ਪ੍ਰਾਈਵੇਟ ਹੋ ਜਾਣਗੇ ਤਾਂ ਪ੍ਰਾਈਵੇਟਸ ਦਾ ਮਤਲਬ ਹੁੰਦਾ ਮੈਕਸਿਮਮ ਪ੍ਰੋਫਿਟ ਜਨਰੇਸ਼ਨ, ਬਟ ਗਵਰਨਮੈਂਟ ਦਾ ਹੁੰਦਾ वेलफेयर। तो इसलिए वेलफेयर कितने होगा फिर पब्लिक। पंजाब, हरियाणा, हिमाचल की खबरों को जानने के लिए चैनल को सब्सक्राइब जरूर करें।